ਹਾਂਜੀ, ਸਵਾਗਤ ਹੈ ਸਾਥੀਓ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨ ਚੈਨਲ 'ਤੇ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ, ਪਿਛਲੇ ਦਿਨੀ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈਗੀ ਲੂਸੈਂਟ ਟੌਪ 200 MCQs ਫॉर ਆਲ ਕੰਪੀਟੀਟਿਵ ਐਗਜ਼ਾਮਸ। ਤਾਂ ਇਹ ਤੁਹਾਡੇ ਪੇਪਰ ਦੀ ਦਿਖ ਤੋਂ ਦੇਖਿਆ ਜਾਵੇ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈਗੇ। ਬਹੁਤ ਸਾਰੇ ਕੁਐਸਚਨ ਹੈਗੇ ਤੁਸੀਂ ਪੜ੍ਹੇ ਹੋਣੇ ਹੈਗੇ, ਪਰ ਜਿਹੜੀ ਆਪਾਂ ਉਹਨਾਂ ਦੇ ਨਾਲ ਤੁਹਾਨੂੰ ਡਿਟੇਲ ਲਿਖਾਵਾਂਗੇ, ਕੁਝ ਐਕਸਟਰਾ ਗੱਲਾਂ ਦੱਸਾਂਗੇ, ਸ਼ਾਇਦ ਤੁਸੀਂ ਉਹ ਕਿਸੇ ਬੁੱਕ ਦੇ ਵਿੱਚ ਨਹੀਂ ਪੜ੍ਹੀਆਂ ਹੋਣੀਆਂ। ਤਾਂ ਧਿਆਨ ਨਾਲ ਵੀਡੀਓ ਨੂੰ ਪੂਰਾ ਵੇਖਣਾ ਗਾ, ਤਾਂ ਜੋ ਆਪਾਂ ਇਹਦੇ ਵਿੱਚੋਂ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਸਕੀਏ। ਤਾਂ ਆਓ ਸ਼ੁਰੂ ਕਰ ਦਿਆਂਗੇ। ਇਹ ਸਾਡਾ 4th ਪਾਰਟ ਹੈਗਾ। ਇਸ ਤੋਂ ਪਹਿਲਾਂ ਆਪਾਂ 3 ਬਣਾ ਚੁੱਕੇ। ਅਗਰ ਤੁਸੀਂ ਨਹੀਂ ਵੇਖੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਨਾਂ ਦੇ ਲਿੰਕ ਨੇ, ਠੀਕ ਹੈ। ਅਤੇ ਵੀਡੀਓ ਦਾ ਜਦੋਂ ਅੰਤ ਹੋਏਗਾ ਲਾਸਟ ਪਾਰਟ 'ਤੇ ਵੀ ਤੁਹਾਨੂੰ ਸਕਰੀਨ ਦੇ ਉੱਪਰ ਉਹ ਵੀਡੀਓ ਸ਼ੋ ਹੋਣਗੀਆਂ, ਤੁਸੀਂ ਉੱਥੋਂ ਉਹ ਪਾਰਟਸ ਵੇਖ ਸਕਦੇ ਹੋਗੇ। ਤਾਂ ਆਓ ਸ਼ੁਰੂ ਕਰ ਦਿਆਂਗੇ। ਸਭ ਤੋਂ ਪਹਿਲਾ ਕੁਐਸਚਨ ਹੈਗਾ, ਕਿਸ ਵਿਦੇਸ਼ੀ ਹਮਲਾਵਰ ਨੇ ਆਪਣੇ ਸਿੱਕਿਆਂ ਉੱਤੇ ਮਾਤਾ ਲక్ష్ਮੀ ਦੇ ਚਿੱਤਰ ਬਣਾਏ? ਠੀਕ ਹੈ, ਜਿਹੜੀ ਅਸੀਂ ਮਾਂ ਲక్ష్ਮੀ ਦੀ ਗੱਲ ਕਰਦੇ ਹਾਂਗੇ, ਤਾਂ ਉਹ ਜਿਹੜੇ ਚਿੱਤਰ ਸੀ ਕਿਸ ਨੇ ਬਣਵਾਏ ਸੀ? ਹੁਣ ਦੇਖੋ ਵੀ ਆਪਸ਼ਨਾਂ ਦਿੱਤੀਆਂ ਹੋਣਗੀਆਂ ਪੇਪਰ ਦੇ ਵਿੱਚ, ਤਾਂ ਬਹੁਤ ਘੱਟ ਚਾਂਸ ਹੈਗੇ ਜਿਹੜੇ ਬੱਚੇ ਮੁਹੰਮਦ ਗੌਰੀ ਨੂੰ ਟਿਕ ਕਰਨਗੇ। ਠੀਕ ਹੈ, ਮੈਂ ਤੁਹਾਨੂੰ ਕਾਰਨ ਦੱਸ ਦਾਂਗਾ। ਕਿਉਂਕਿ ਇਹ ਕੀ ਸੀ, ਇੱਕ ਵਿਦੇਸ਼ੀ ਸੀ, ਠੀਕ ਹੈ, ਈਰਾਨ ਵਾਲੀ ਤਰਫ ਤੋਂ ਆਇਆ ਸੀ। ਤਾਂ ਬਹੁਤ ਸਾਰੇ ਜਿਹੜੇ ਸਾਥੀ ਹੈਗੇ ਉਹ ਮੁਹੰਮਦ ਗੌਰੀ ਨੂੰ ਟਿਕ ਕਰਨ ਦੀ ਬਜਾਏ, ਜਿਵੇਂ ਅਸ਼ੋਕ ਹੋ ਗਿਆ, ਹੋਰ ਰਾਜੇ ਹੋ ਗਏ, ਜਿਹੜੇ ਭਾਰਤੀ ਰਾਜੇ ਸੀ ਉਹਨਾਂ 'ਤੇ ਟਿਕ ਕਰਨਗੇ। ਠੀਕ ਹੈ, ਤਾਂ ਇਹ ਧਿਆਨ ਦੇਣ ਵਾਲੀ ਗੱਲ ਹੈਗੀ ਵੀ ਇਸ ਦਾ ਅਸਲ ਉੱਤਰ ਹੈਗਾ ਉਹ ਹੈਗਾ ਮੁਹੰਮਦ ਗੌਰੀ। ਠੀਕ ਹੈ, ਹੁਣ ਜਿਹੜਾ ਮੁਹੰਮਦ ਗੌਰੀ ਸੀ, ਇਸ ਨੇ ਭਾਰਤ ਦੇ ਉੱਤੇ 5 ਹਮਲੇ ਕੀਤੇ ਸੀ। ਠੀਕ ਹੈ, ਤੁਸੀਂ ਨੋਟ ਕਰ ਲਿਓ। ਮੁਹੰਮਦ ਗੌਰੀ ਨੇ ਭਾਰਤ ਉੱਤੇ 5 ਹਮਲੇ ਕੀਤੇ ਸੀ 1175 ਤੋਂ ਲੈ ਕੇ 1194 ਤੱਕ। ਮਤਲਬ 1175 ਤੋਂ ਲੈ ਕੇ 1194 ਦੇ ਦਰਮਿਆਨ ਇਹਨਾਂ ਸਾਲਾਂ ਦੇ ਵਿੱਚ ਇਸ ਨੇ ਭਾਰਤ ਉੱਤੇ 5 ਹਮਲੇ ਕੀਤੇ ਸੀ। ਠੀਕ, ਤਾਂ ਇੱਕ ਇੱਕ ਕਰਕੇ ਮੈਂ ਤੁਹਾਨੂੰ ਲਿਖਵਾ ਦਾਂ, ਤੁਸੀਂ ਨੋਟ ਕਰ ਲਿਓ। ਜਿਹੜਾ ਪਹਿਲਾ ਹਮਲਾ ਸੀ ਇਹ ਕੀਤਾ ਸੀ 1175 ਦੇ ਵਿੱਚ। ਠੀਕ ਹੈ, ਕਿੱਥੇ ਕੀਤਾ ਸੀ ਵੀ? ਇਹ ਕੀਤਾ ਸੀ ਮੁਲਤਾਨ ਦੇ ਉੱਤੇ। ਕਿਹੜਾ ਸਥਾਨ ਸੀ? ਮੁਲਤਾਨ। ਠੀਕ ਹੈ, ਉਸ ਸਮੇਂ ਮੁਲਤਾਨ ਦਾ ਰਾਜਾ ਕੌਣ ਸੀ ਵੀ? ਮੂਲ ਰਾਜ। ਤੁਸੀਂ ਲਿਖ ਲਿਓ, ਮੈਂ ਸ਼ਾਰਟ ਦੇ ਵਿੱਚ ਲਿਖ ਰਿਹਾਗਾ। ਪਹਿਲਾ ਹਮਲਾ ਸੀ ਮੁਹੰਮਦ ਗੌਰੀ ਦਾ 1175 ਵਿੱਚ ਮੁਲਤਾਨ 'ਤੇ। ਉਸ ਸਮੇਂ ਮੁਲਤਾਨ ਦਾ ਸ਼ਾਸਕ ਕੌਣ ਸੀ? ਮੂਲ ਰਾਜ। ਸੈਕਿੰਡ ਜਿਹੜਾ ਇਹਦਾ ਹਮਲਾ ਸੀ ਉਹ ਇਹਨੇ ਕੀਤਾ ਸੀ 1178 ਦੇ ਵਿੱਚ। ਠੀਕ ਹੈ, ਕਿੱਥੇ ਕੀਤਾ ਸੀ ਵੀ? ਮਾਊਂਟ ਆਬੂ। ਠੀਕ ਹੈ, ਮਾਊਂਟ ਆਬੂ। ਤਾਂ ਇੱਥੇ ਦਾ ਰਾਜਾ ਕੌਣ ਸੀ? ਭੀਮਦੇਵ ਦੂਸਰਾ। ਭੀਮਦੇਵ ਸੈਕਿੰਡ ਇੱਥੋਂ ਦਾ ਸ਼ਾਸਕ ਸੀ। ਠੀਕ, ਥਰਡ ਨੋਟ ਕਰੋ ਤੁਸੀਂ 1191 ਦੇ ਵਿੱਚ। ਠੀਕ ਹੈ, ਇਹ ਸੀ ਤਰਾਇਨ ਦੀ ਪਹਿਲੀ ਲੜਾਈ। ਤਰਾਇਨ ਦੀਆਂ 2 ਲੜਾਈਆਂ ਹੋਈਆਂ ਸੀ 1191-92। ਤਾਂ ਤਰਾਇਨ ਦੀ ਜਿਹੜੀ ਪਹਿਲੀ ਲੜਾਈ ਸੀ, ਠੀਕ ਹੈ, ਇਹ ਕਿਹਦੇ ਨਾਲ ਹੋਈ ਸੀ ਵੀ? ਇਹ ਹੋਈ ਸੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਠੀਕ ਹੈ, ਪ੍ਰਿਥਵੀ ਰਾਜ ਚੌਹਾਨ, ਜਿਹੜਾ ਕਿ ਚੌਹਾਨ ਵੰਸ਼ ਦਾ ਸਭ ਤੋਂ ਤਾਕਤਵਰ ਜਾਂ ਸ਼ਕਤੀਸ਼ਾਲੀ ਰਾਜਾ ਸੀ, ਪ੍ਰਿਥਵੀ ਰਾਜ ਚੌਹਾਨ। ਠੀਕ, ਨੰਬਰ 4 ਇਹ ਸੀ ਤਰਾਇਨ ਦੀ ਦੂਸਰੀ ਲੜਾਈ। ਠੀਕ ਹੈ, ਇਹ ਕਦੋਂ ਹੋਈ ਸੀ ਵੀ? 1192 'ਚ। ਇੱਥੇ ਵੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਇਹ ਲੜਾਈ ਹੋਈ ਸੀ। ਇਹਦੀ ਜਿਹੜੀ 5th ਹੈਗੀ ਉਹ ਆਪਣੀ ਹੋਈ ਸੀ 1194 ਦੇ ਵਿੱਚ। ਠੀਕ ਹੈ, ਇਸ ਲੜਾਈ ਨੂੰ ਅਸੀਂ ਬੋਲਦੇ ਹਾਂ ਚੰਦਾਬਰ ਦੀ ਲੜਾਈ। ਠੀਕ ਹੈ, ਚੰਦਾਬਰ ਦੀ ਲੜਾਈ, ਬੈਟਲ ਆਫ ਚੰਦਾਬਰ। ਠੀਕ, ਤਾਂ ਇੱਥੇ ਜਿਹੜਾ ਮੁਹੰਮਦ ਗੌਰੀ ਨਾਲ ਲੜਨ ਵਾਲਾ ਸੀ ਉਹ ਕੌਣ ਸੀ? ਇੱਥੋਂ ਦਾ ਸ਼ਾਸਕ ਕੌਣ ਸੀ? ਜੈ ਚੰਦ। ਠੀਕ ਹੈ, ਜੈ ਚੰਦ। ਤਾਂ ਇਹ 5 ਜਿਹੜੇ ਹਮਲੇ ਸੀ ਉਸਨੇ ਭਾਰਤ ਦੇ ਉੱਤੇ ਕੀਤੇ ਸੀ। ਹੁਣ ਇਹਨਾਂ ਦੇ ਵਿੱਚ ਤੁਸੀਂ ਲਿਖ ਲਿਓ, ਹੁਣ ਇਹ ਨੋਟ ਕਰ ਲਿਓ ਕਿਹੜੇ ਕਿਹੜੇ ਦੇ ਵਿੱਚ ਜਿਹੜਾ ਮੁਹੰਮਦ ਗੌਰੀ ਸੀ ਜੇਤੂ ਰਿਹਾ। ਇੱਕ ਤਾਂ ਪਹਿਲੇ ਹਮਲੇ ਦੇ ਵਿੱਚ ਜਿਹੜਾ ਮੁਲਤਾਨ ਦਾ ਸੀ ਉਹਦੇ ਵਿੱਚ ਉਹ ਜੇਤੂ ਰਿਹਾ। ਠੀਕ ਹੈ, ਦੂਸਰਾ ਹਮਲਾ ਮਾਊਂਟ ਆਬੂ 'ਤੇ ਕੀਤਾ ਸੀ, ਅਤੇ ਤਰਾਇਨ ਦੀ ਪਹਿਲੀ ਲੜਾਈ, ਇਹਨਾਂ ਦੋਨਾਂ ਦੇ ਵਿੱਚ ਉਸ ਦੀ ਹਾਰ ਹੋਈ। ਤੁਸੀਂ ਲਿਖ ਲਿਓ, ਪਹਿਲੇ ਦੇ ਵਿੱਚ ਜੇਤੂ ਸੀ, ਦੂਜੇ ਤੀਜੇ ਦੇ ਵਿੱਚ ਉਸ ਦੀ ਹਾਰ ਹੋਈ। ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਉਹ ਜੇਤੂ ਰਿਹਾ, ਉਹਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਤਾ ਸੀ। ਅਤੇ ਜਿਹੜਾ 5ਵਾਂ ਹਮਲਾ ਸੀ ਉਸ ਦਾ ਚੰਦਾਬਰ ਦੀ ਲੜਾਈ ਦੇ ਵਿੱਚ ਉਸਨੇ ਜੈ ਚੰਦ ਨੂੰ ਵੀ ਮਾਰਤਾ ਸੀ। ਯਾਨੀ ਕਿ ਇਹਨਾਂ 5 ਹਮਲਿਆਂ ਦੇ ਵਿੱਚ ਉਹਦੀ 3 ਵਾਰ ਜਿੱਤ ਹੋਈ ਸੀ। ਠੀਕ, ਇਹ ਤੁਸੀਂ ਨੋਟ ਕਰਨਾ ਗਾ ਸਾਰਿਆਂ ਨੇ। ਇੱਕ ਵਿਅਕਤੀ ਸੀ ਵੀ ਬਖਤਿਆਰ ਖਿਲਜੀ। ਠੀਕ ਹੈ, ਬਖਤਿਆਰ
खिलजी। ਤਾਂ ਇਸ ਦਾ ਨਾਮ ਵੀ ਤੁਸੀਂ ਪੜ੍ਹਿਆ ਹੈਗਾ ਬੁੱਕਸ ਦੇ ਵਿੱਚ। ਤਾਂ ਜਿਹੜਾ ਬਖਤਿਆਰ ਖਿਲਜੀ ਸੀ, ਇਸ ਨੇ ਮੁਹੰਮਦ ਗੌਰੀ ਦੇ ਕਹਿਣ 'ਤੇ, ਠੀਕ ਹੈ, ਨਾਲੰਦਾ ਜਿਹੜਾ ਵਿਸ਼ਵ ਵਿਦਿਆਲਿਆ ਸੀ, ਨਾਲੰਦਾ ਯੂਨੀਵਰਸਿਟੀ ਸੀ, ਠੀਕ ਹੈ, ਉੱਥੇ ਜਿਹੜਾ ਪੁਸਤਕਾਲਿਆ ਸੀ, ਲਾਇਬ੍ਰੇਰੀ ਸੀ, ਉਹਦੇ ਵਿੱਚ ਇਸ ਨੇ ਅੱਗ ਲਗਾਤੀ ਸੀ, ਠੀਕ ਹੈ। ਕਹਿੰਦੇ ਵੀ ਉਹਦੇ ਵਿੱਚ ਇੰਨੀਆਂ ਬੁੱਕਸ ਸੀ ਵੀ ਇਹ ਜਿਹੜੀ ਅੱਗ ਸੀ 6 ਮਹੀਨੇ ਤੱਕ ਬਲਦੀ ਰਹੀ, ਠੀਕ ਹੈ, 6 ਮਹੀਨੇ ਤੱਕ। ਬਖਤਿਆਰ ਖਲਜੀ ਨੇ ਮੁਹੰਮਦ ਗੌਰੀ ਦੇ ਕਹਿਣ 'ਤੇ ਨਾਲੰਦਾ ਜਿਹੜਾ ਯੂਨੀਵਰਸਿਟੀ ਹੈਗੀ ਉਹਦੇ ਲਾਇਬ੍ਰੇਰੀ ਦੇ ਵਿੱਚ ਅੱਗ ਲਗਾਤੀ ਸੀ ਅਤੇ ਅੱਗ 6 ਮਹੀਨਿਆਂ ਤੱਕ ਬਲਦੀ ਰਹੀ ਸੀ, ਠੀਕ ਹੈ। ਤੁਸੀਂ ਨੋਟ ਕਰ ਲਾਂਗੇ, ਇਹਦੇ ਵਿੱਚ ਤੁਹਾਨੂੰ ਕੋਈ ਵੀ ਹਮਲਾ ਪੁੱਛਿਆ ਜਾ ਸਕਦਾ ਗਾ, ਠੀਕ ਹੈ। ਇਹ ਜਿਹੜਾ ਮੁਹੰਮਦ ਗੌਰੀ ਸੀ, ਗੌਰ ਖੇਤਰ ਸੀ, ਇੱਕ ਗੌਰ ਰਾਜ ਸੀ, ਉੱਥੋਂ ਦਾ ਸ਼ਾਸਕ ਸੀ। ਇਹ ਜਿਹੜਾ ਆਪਣਾ ਕੁਐਸਚਨ ਸੀ ਮੇਨ, ਇਹਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਗਾ। ਸੈਕਿੰਡ ਦੇਖੋ, ਕਿਤਾਬ ਉਲ ਹਿੰਦ, ਠੀਕ ਹੈ। ਕਿਤਾਬ ਉਲ ਹਿੰਦ ਕਿਸ ਦੀ ਰਚਨਾ ਹੈਗੀ? ਅਲ ਬਰੂਨੀ ਦੀ, ਠੀਕ ਹੈ, ਅਲ ਬਰੂਨੀ। ਤਾਂ ਮਹਿਮੂਦ ਗਜ਼ਨਵੀ ਦੇ ਦਰਬਾਰ ਦੇ ਵਿੱਚ ਇਹ ਇੱਕ ਇਤਿਹਾਸਕਾਰ ਸੀ, ਠੀਕ ਹੈ। ਪਹਿਲਾਂ ਆਪਾਂ ਮੁਹੰਮਦ ਗੌਰੀ ਬਾਰੇ ਪੜ੍ਹਿਆ ਸੀ। ਤਾਂ ਜਿਹੜਾ ਮਹਿਮੂਦ ਗਜ਼ਨਵੀ ਸੀ, ਠੀਕ ਹੈ, ਇਹ ਵੀ ਗਜ਼ਨੀ ਖੇਤਰ ਦਾ ਸ਼ਾਸਕ ਸੀ। ਤਾਂ ਇਸ ਨੇ ਜਿਹੜੇ ਪ੍ਰਸਿੱਧ ਇਤਿਹਾਸਕਾਰ ਸੀ ਬਹੁਤ ਸਾਰੇ, ਉਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਪਨਾਹ ਦਿੱਤੀ ਹੋਈ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਸਭ ਤੋਂ ਇੰਪੋਰਟੈਂਟ ਸੀ ਜਿਹੜਾ ਅਲ ਬਰੂਨੀ। ਇਹਨੇ ਕਿਤਾਬ ਉਲ ਹਿੰਦ ਲਿਖੀ ਸੀ, ਜਿਹੜੇ ਕਿ ਜਿੱਥੋਂ ਸਾਨੂੰ ਭਾਰਤ ਦੀ ਅਤੇ ਉਸ ਸਮੇਂ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੈਗੀ। ਇਸ ਤੋਂ ਬਿਨਾਂ 4 ਹੋਰ ਪ੍ਰਸਿੱਧ ਦੇ ਦਰਬਾਰ ਦੇ ਵਿੱਚ ਵੀ ਸੀ, ਜਿਹੜੇ ਇਤਿਹਾਸਕਾਰ ਸੀ ਉਹਨਾਂ ਦੇ ਨਾਮ ਨੋਟ ਕਰ ਲਿਓ। ਪਹਿਲਾ ਅਲ ਬਰੂਨੀ ਹੋ ਗਿਆ, ਇਸ ਤੋਂ ਬਾਅਦ ਅਗਲਾ ਸੀ ਫਾਰੂਕ, ਥਰਡ ਸੀ ਜਿਹੜਾ ਉਤਵੀ, ਠੀਕ ਹੈ। ਨੰਬਰ 4 'ਤੇ ਸੀ ਸਿਸਤਾਨੀ, ਅਤੇ ਨੰਬਰ 5 'ਤੇ ਸੀ ਆਪਣੇ ਕੋਲ ਫਿਰਦੌਸੀ, ਠੀਕ ਹੈ। ਹੁਣ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਨਾਮ ਦੇ ਕੇ ਪੁੱਛਿਆ ਜਾ ਸਕਦਾ ਗਾ ਵੀ ਇਹ ਜਿਹੜਾ ਇਤਿਹਾਸਕਾਰ ਹੈਗਾ ਕਿਸ ਦੇ ਰਾਜਕਾਲ ਦੇ ਵਿੱਚ ਸੀ, ਠੀਕ ਹੈ। ਤਾਂ ਇਹ ਮਹਿਮੂਦ ਗਜ਼ਨਵੀ ਦੇ ਦਰਬਾਰ ਦੇ ਵਿੱਚ 5 ਇਤਿਹਾਸਕਾਰ ਸੀ। ਨੈਕਸਟ, ਭਾਰਤ ਉੱਤੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲਾ ਵਿਦੇਸ਼ੀ ਹਮਲਾਵਰ ਕੌਣ ਸੀ? ਹਾਂਜੀ, ਇਹ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਗਾ, ਅਤੇ ਬਹੁਤ ਸਾਰੇ ਸਾਥੀ ਕੀ ਸੋਚਦੇ ਆ ਕਿ ਵੀ ਬਾਬਰ ਨੇ ਭਾਰਤ ਦੇ ਉੱਪਰ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ 1526 ਦੇ ਵਿੱਚ। ਤਾਂ ਇਹ ਸਵਾਲ ਨਹੀਂ, ਅਸਲ ਦੇ ਵਿੱਚ ਇਹਦਾ ਉੱਤਰ ਹੈਗਾ ਮੁਹੰਮਦ ਬਿਨ ਕਾਸਿਮ, ਠੀਕ ਹੈ। ਇਹ ਈਰਾਨ ਦੇ ਰਹਿਣ ਵਾਲਾ ਸੀ, ਵੀ ਈਰਾਨੀ ਸੀ। ਇਸ ਨੇ ਭਾਰਤ ਉੱਤੇ ਹਮਲਾ ਕੀਤਾ ਸੀ 712 ਦੇ ਵਿੱਚ, ਠੀਕ ਹੈ। 712 ਈਸਵੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਭਾਰਤ ਉੱਤੇ ਹਮਲਾ ਕਰਨ ਵਾਲਾ ਇਹ ਵਿਦੇਸ਼ੀ ਹਮਲਾਵਰ ਸੀ। ਕਿੱਥੋਂ ਆਇਆ ਸੀ ਵੀ ਇਹ ਆਇਆ ਸੀ ਈਰਾਨ ਤੋਂ, ਈਰਾਨੀ ਸੀ, ਇਹ ਈਰਾਨ ਦੇਸ਼ ਤੋਂ ਸੀ। ਅਤੇ ਈਰਾਨ ਨੂੰ, ਠੀਕ ਹੈ, ਕਈ ਜਗ੍ਹਾ 'ਤੇ ਫਾਰਸ ਵੀ ਲਿਖਿਆ ਜਾਂਦਾ ਵੀ, ਇਹ ਤੁਸੀਂ ਨੋਟ ਕਰਨਾ ਗਾ। ਇਹ ਫਰਾਂਸ ਨਹੀਂ ਹੈ, ਇਹ ਫਾਰਸ। ਈਰਾਨ ਨੂੰ ਕਈ ਜਗ੍ਹਾ 'ਤੇ ਫਾਰਸ ਵੀ ਲਿਖਿਆ ਜਾਂਦਾ, ਠੀਕ ਹੈ। ਤਾਂ ਹੁਣ ਦੇਖੋ ਵੀ ਇਸ ਨੇ ਹਮਲਾ ਕੀਤਾ ਸੀ ਮੁਹੰਮਦ ਬਿਨ ਕਾਸਿਮ ਨੇ। ਤਾਂ ਇਸ ਨੇ ਹਮਲਾ ਕਿੱਥੇ ਕੀਤਾ? ਸਭ ਤੋਂ ਪਹਿਲਾਂ ਇਹਨੇ ਹਮਲਾ ਕੀਤਾ ਸਿੰਧ 'ਤੇ, ਠੀਕ ਹੈ, ਜਿਹੜਾ ਕਿ ਹੁਣ ਅਜੋਕਾ ਪਾਕਿਸਤਾਨ ਦਾ ਹਿੱਸਾ ਗਾ। ਤਾਂ ਜਦੋਂ ਇਹਨੇ ਸਿੰਧ 'ਤੇ ਹਮਲਾ ਕੀਤਾ ਤਾਂ ਉਸ ਸਮੇਂ ਸਿੰਧ ਦਾ ਸ਼ਾਸਕ ਕੌਣ ਸੀ ਵੀ? ਸਿੰਧ ਦਾ ਸ਼ਾਸਕ ਸੀ ਰਾਜਾ ਦਾਹੀਰ, ਠੀਕ। ਤਾਂ ਹੁਣ ਇਸ ਹਮਲੇ ਦਾ ਸਾਨੂੰ ਪਤਾ ਕਿੱਥੋਂ ਲੱਗਦਾ ਗਾ ਵੀ ਮੁਹੰਮਦ ਬਿਨ ਕਾਸਿਮ ਨੇ 712 ਦੇ ਵਿੱਚ ਹਮਲਾ ਕੀਤਾ? ਤਾਂ ਇਹਦੇ ਲਈ ਇੱਕ ਪੁਸਤਕ ਹੈਗੀ ਚਚਨਾਮਾ। ਇਸ ਪੁਸਤਕ ਤੋਂ ਸਾਨੂੰ ਮੁਹੰਮਦ ਬਿਨ ਕਾਸਿਮ ਦੇ ਹਮਲੇ ਦਾ, ਭਾਰਤ ਉੱਤੇ ਜਿਹੜਾ ਉਹਨੇ ਹਮਲਾ ਕੀਤਾ ਸੀ, ਉਹਦੇ ਬਾਰੇ ਪਤਾ ਲੱਗਦਾ ਗਾ, ਠੀਕ ਹੈ। ਤਾਂ ਇਹਦੇ ਵਿੱਚੋਂ 3-4 ਕੁਐਸਚਨ ਬਣ ਗਏ। ਭਾਰਤ ਉੱਤੇ ਸਭ ਤੋਂ ਪਹਿਲਾਂ ਹਮਲਾ ਮੁਹੰਮਦ ਬਿਨ ਕਾਸਿਮ ਨੇ ਕਦੋਂ ਕੀਤਾ ਸੀ? 712 ਦੇ ਵਿੱਚ। ਕਿਹੜੇ ਖੇਤਰ ਦੇ ਉੱਪਰ ਕੀਤਾ ਸੀ? ਸਿੰਧ ਪ੍ਰਦੇਸ਼ 'ਤੇ। ਉਸ ਸਮੇਂ ਸਿੰਧ ਦਾ ਸ਼ਾਸਕ ਕੌਣ ਸੀ? ਰਾਜਾ ਦਾਹੀਰ। ਅਤੇ ਉਸ ਦੇ ਇਸ ਹਮਲੇ ਦਾ ਸਾਨੂੰ ਕਿੱਥੋਂ ਪਤਾ ਲੱਗਦਾ ਗਾ? ਚਚਨਾਮਾ ਪੁਸਤਕ ਤੋਂ। ਨੈਕਸਟ, ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ ਕਿੰਨੇ ਵਾਰ ਹਮਲੇ ਕੀਤੇ? ਹਾਂਜੀ, 17 ਵਾਰ, ਠੀਕ ਹੈ। ਇਹ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਏਗਾ। ਕਿੰਨੇ ਤੋਂ ਕਿੰਨੇ ਤੱਕ ਵੀ? ਉਸ ਨੇ 1001 ਈਸਵੀ ਤੋਂ ਲੈ ਕੇ 1024 ਈਸਵੀ ਤੱਕ, ਠੀਕ ਹੈ, ਭਾਰਤ ਦੇ ਉੱਪਰ 17 ਵਾਰ ਹਮਲੇ ਕੀਤੇ, ਠੀਕ। ਹੁਣ ਜਿਹੜਾ ਮਹਿਮੂਦ ਗਜ਼ਨਵੀ ਸੀ, ਇਹ ਕਿੱਥੋਂ ਦਾ ਰਹਿਣ ਵਾਲਾ ਸੀ ਵੀ? ਇਹ ਗਜ਼ਨੀ ਖੇਤਰ ਦਾ ਸੀ, ਠੀਕ ਹੈ। ਜਿਹੜਾ ਗਜ਼ਨੀ ਪ੍ਰਦੇਸ਼ ਹੈਗਾ ਕਿੱਥੇ ਸਥਿਤ ਹੈਗਾ? ਇਹ ਅਫਗਾਨਿਸਤਾਨ ਦੇ ਵਿੱਚ, ਜਿਹੜਾ ਭਾਰਤ ਦਾ ਇੱਕ ਗੁਆਂਢੀ ਦੇਸ਼ ਹੈਗਾ ਅਫਗਾਨਿਸਤਾਨ, ਠੀਕ ਹੈ, ਇੱਥੋਂ ਦਾ ਉਹ ਸ਼ਾਸਕ ਸੀ, ਠੀਕ। ਤਾਂ ਹੁਣ ਇਸ ਨੇ
ਇਹ ਵੀ ਪੁੱਛਿਆ ਜਾ ਸਕਦਾ ਹੈਗਾ ਵੀ ਜਿਹੜਾ ਮਹਿਮੂਦ ਗਜ਼ਨਵੀ ਸੀ, ਠੀਕ ਹੈ, ਉਹ ਗਜ਼ਨੀ ਦਾ ਰਾਜਾ ਕਦੋਂ ਬਣਿਆ, ਕਦੋਂ ਗਜ਼ਨੀ ਦਾ ਸ਼ਾਸਕ ਬਣਿਆ? ਤਾਂ ਉਹ ਬਣਿਆ ਸੀ 998 ਈਸਵੀ ਦੇ ਵਿੱਚ। 998 ਈਸਵੀ ਦੇ ਵਿੱਚ ਉਹਨੇ ਭਾਰਤ ਉੱਤੇ ਪਹਿਲਾ ਹਮਲਾ ਕਦੋਂ ਕੀਤਾ? ਤਾਂ ਪਹਿਲਾ ਹਮਲਾ ਕੀਤਾ ਸੀ 1001 ਈਸਵੀ ਦੇ ਵਿੱਚ। ਠੀਕ, ਤਾਂ ਸਭ ਤੋਂ ਜਿਹੜਾ ਇਹਦਾ ਮਹੱਤਵਪੂਰਨ ਹਮਲਾ ਹੈਗਾ ਉਹ ਹੈਗਾ ਸੋਮਨਾਥ ਮੰਦਿਰ 'ਤੇ। ਠੀਕ ਹੈ, ਸੋਮਨਾਥ ਮੰਦਿਰ 'ਤੇ ਇਹਦਾ ਆਖਰੀ ਹਮਲਾ ਸੀ। ਸੋਮਨਾਥ ਮੰਦਿਰ 'ਤੇ ਇਹਨੇ ਹਮਲਾ ਕੀਤਾ ਸੀ। ਤਾਂ ਇਸ ਹਮਲੇ ਦੇ ਵਿੱਚ ਇਸ ਨੇ ਸੋਮਨਾਥ ਮੰਦਿਰ ਦੇ ਵਿੱਚੋਂ, ਠੀਕ ਹੈ, ਬਹੁਤ ਸਾਰਾ ਜਿਹੜਾ ਸੋਨਾ ਚਾਂਦੀ ਸੀ ਉਹ ਪ੍ਰਾਪਤ ਕਰ ਲਿਆ ਸੀ। ਠੀਕ ਹੈ, ਕਿੰਨਾ ਸੀ ਵੀ, ਜੇਕਰ ਆਪਾਂ ਸੋਨੇ ਦੀ ਗੱਲ ਕਰੀਏ, ਠੀਕ ਹੈ, ਗੋਲਡ ਦੀ ਗੱਲ ਕਰੀਏ, ਤਾਂ ਇਸ ਨੇ 700 ਮਣ, ਠੀਕ ਹੈ, 700 ਮਣ, ਇੱਕ ਨਾਪ ਤੋਲ ਦੀ ਇਕਾਈ ਹੈਗੀ ਮਣ। ਇੱਕ ਮਣ ਦੇ ਵਿੱਚ 40 kg ਹੁੰਦਾ, ਵੀ 40 ਕਿਲੋ ਹੁੰਦਾ ਇੱਕ ਮਣ ਦੇ ਵਿੱਚ। ਠੀਕ ਹੈ, ਤਾਂ 700 ਨੂੰ ਅਗਰ ਅਸੀਂ 40 ਨਾਲ ਗੁਣਾ ਕਰੀਏ ਤਾਂ ਕਹਿ ਸਕਦੇ ਹਾਂ ਵੀ 2800 ਕਿਲੋ, ਯਾਨੀ ਕਿ 28 ਕੁਇੰਟਲ ਜਿਹੜਾ ਸੋਨਾ ਸੀ ਇਹਨੇ ਇੱਥੋਂ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਚਾਂਦੀ ਦੀ, ਠੀਕ ਹੈ, ਤਾਂ ਚਾਂਦੀ ਸੀ ਜਿਹੜੀ ਉਹ ਇਸ ਨੇ ਪ੍ਰਾਪਤ ਕੀਤੀ ਸੀ 1200 ਮਣ। ਠੀਕ ਹੈ, 1200 ਨੂੰ ਅਗਰ 40 ਨਾਲ ਮਲਟੀਪਲਾਈ ਕਰੀਏ ਅਸੀਂ ਤਾਂ 48,000, ਠੀਕ ਹੈ, ਯਾਨੀ ਕਿ 480 ਕੁਆਂਟਲ ਇਸ ਨੇ ਚਾਂਦੀ ਪ੍ਰਾਪਤ ਕੀਤੀ ਸੀ ਇੱਥੋਂ। ਠੀਕ ਹੈ, ਮਤਲਬ ਬਹੁਤ ਸਾਰੇ ਜਿਹੜਾ ਸੋਨਾ ਚਾਂਦੀ ਸੀ ਉਸ ਨੇ ਇਸ ਹਮਲੇ ਤੋਂ ਪ੍ਰਾਪਤ ਕੀਤਾ ਸੀ। ਠੀਕ ਹੈ, ਤੁਸੀਂ ਨੋਟ ਕਰ ਲਿਓ ਚਾਹੇ। ਸਭ ਤੋਂ ਇੰਪੋਰਟੈਂਟ ਜਾਂ ਮਹੱਤਵਪੂਰਨ ਹਮਲਾ ਸੀ ਇਹਦਾ ਸੋਮਨਾਥ 'ਤੇ ਹਮਲਾ 1025 ਦੇ ਵਿੱਚ। ਹਾਂਜੀ, ਨੈਕਸਟ, ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸੀ? ਹਾਂਜੀ, ਚੱਕਰਵਰਤੀ ਰਾਜਾ ਗੋਪਾਲਚਾਰੀਆ। ਇਹਨਾਂ ਨੂੰ ਕਈ ਜਗ੍ਹਾ 'ਤੇ ਸੀ ਗੋਪਾਲਚਾਰੀਆ ਵੀ ਲਿਖਿਆ ਹੁੰਦਾ ਹੈਗਾ, ਵੀ ਰਾਜਾ ਗੋਪਾਲਚਾਰੀਆ। ਠੀਕ ਹੈ, ਇਹ 1948 ਤੋਂ 50 ਤੱਕ ਭਾਰਤ ਦੇ ਗਵਰਨਰ ਜਨਰਲ ਸੀ ਡੋਮੀਨੀਅਨ ਆਫ ਇੰਡੀਆ ਦੇ। ਇਸ ਤੋਂ ਬਾਅਦ ਜਦੋਂ ਵੀ ਭਾਰਤ ਸੁਤੰਤਰ ਹੋਇਆ, ਗਣਤੰਤਰ ਹੋਇਆ 26 ਜਨਵਰੀ 1950 ਨੂੰ, ਫਿਰ ਇਹਨਾਂ ਦੀ ਜਗ੍ਹਾ 'ਤੇ ਜਿਹੜਾ ਭਾਰਤ ਦਾ ਰਾਸ਼ਟਰਪਤੀ ਸੀ ਉਹਨਾਂ ਨੂੰ ਨਿਯੁਕਤ ਕੀਤਾ ਗਿਆ। ਠੀਕ, ਹਾਂਜੀ, ਨੈਕਸਟ ਗੱਲ ਕਰੀਏ, ਕਿਸ ਅੰਗਰੇਜ਼ ਅਧਿਕਾਰੀ ਨੂੰ ਪ੍ਰਸ਼ਾਸਨਿਕ ਸੇਵਾਵਾਂ ਦਾ ਜਨਕ ਕਿਹਾ ਜਾਂਦਾ ਗਾ? ਲਾਰਡ ਕਾਰਨਵਾਲਿਸ ਨੂੰ। ਠੀਕ ਹੈ, ਪ੍ਰਸ਼ਾਸਨਿਕ ਸੁਧਾਰਾਂ ਦਾ, ਸਿਵਲ ਸੁਧਾਰਾਂ ਦਾ ਭਾਰਤ ਦੇ ਵਿੱਚ ਇਹਨਾਂ ਨੂੰ ਮੋਢੀ ਕਿਹਾ ਜਾਂਦਾ ਗਾ। ਨੈਕਸਟ, ਰਵਿੰਦਰਨਾਥ ਟੈਗੋਰ ਨੇ ਭਾਰਤ ਤੋਂ ਇਲਾਵਾ ਹੋਰ ਕਿਸ ਦੇਸ਼ ਦਾ ਰਾਸ਼ਟਰਗਾਨ ਲਿਖਿਆ ਹੈਗਾ? ਹਾਂਜੀ, ਬੰਗਲਾਦੇਸ਼ ਦਾ, ਜਿਹੜਾ ਕਿ ਭਾਰਤ ਦਾ ਗੁਆਂਢੀ ਦੇਸ਼ ਹੈਗਾ। ਅਤੇ ਇੱਥੇ ਦੇਖੋ ਆਪਾਂ ਗੱਲ ਕੀਤੀ ਸੀ ਵੀ ਬੰਗਾਲ ਅਤੇ ਬੰਗਲਾਦੇਸ਼ ਦੇ ਹੇਠਲੇ ਭਾਗ ਦੇ ਵਿੱਚ ਇੱਕ ਡੈਲਟਾ ਬਣਦਾ ਗਾ, ਜਿਹਦਾ ਨਾਮ ਹੈਗਾ ਸੁੰਦਰਬਨ ਡੈਲਟਾ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈਗਾ। ਨੈਕਸਟ, ਮੋਹਨਜੋਦੜੋ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਗਾ? ਜੀ, ਮੁਰਦਿਆਂ ਦਾ ਟਿੱਲਾ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਗਾ, ਮੁਰਦਿਆਂ ਦਾ ਟਿੱਲਾ ਕਿਸ ਖੇਤਰ ਨੂੰ ਕਿਹਾ ਜਾਂਦਾ ਗਾ? ਮੋਹਨਜੋਦੜੋ ਨੂੰ। ਇਹ ਸਿੰਧ ਘਾਟੀ ਸੱਭਿਅਤਾ ਨਾਲ ਰਿਲੇਟਡ ਹੈ। ਹੁਣ ਇਹਨੂੰ ਮੁਰਦਿਆਂ ਦਾ ਟਿੱਲਾ ਕਿਉਂ ਕਿਹਾ ਜਾਂਦਾ ਗਾ? ਕਿਉਂਕਿ ਮੋਹਨਜੋਦੜੋ ਦੀ ਖੁਦਾਈ ਤੋਂ ਪਤਾ ਲੱਗੇਗਾ ਉਹਦਾ ਜਿਹੜਾ ਖੇਤਰ ਹੈਗਾ ਬਹੁਤ ਸਾਰੀਆਂ ਪਰਤਾਂ ਤੋਂ, ਤਹਿਾਂ ਤੋਂ ਮਿਲ ਕੇ ਬਣੇਗਾ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਇਨਸਾਨਾਂ ਦੇ ਕੰਕਾਲ ਨੇ, ਠੀਕ ਹੈ, ਉਹ ਪ੍ਰਾਪਤ ਹੋਇਆ ਗਿਆ। ਇਸ ਕਰਕੇ ਇਹਦਾ ਕੀ ਨਾਮ ਰੱਖਿਆ ਗਿਆ? ਮੁਰਦਿਆਂ ਦਾ ਟਿੱਲਾ। ਨੈਕਸਟ, ਸਤਿਆਰਥ ਪ੍ਰਕਾਸ਼ ਕਿਸ ਦੀ ਰਚਨਾ ਹੈਗੀ? ਹਾਂਜੀ, ਇਹ ਦਿਆਨੰਦ ਸਰਸਵਤੀ ਦੀ ਰਚਨਾ ਹੈਗੀ। ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਵੀ ਇਹ ਵੀ ਸਤਿਆਰਥ ਪ੍ਰਕਾਸ਼ ਵਾਲਾ। ਨੈਕਸਟ, ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ? ਹਾਂਜੀ, ਜੋਤੀਬਾ ਫੂਲੇ ਜੀ। ਨੈਕਸਟ, ਮਾਰੋ ਫਿਰੰਗੀ ਨੂੰ, ਠੀਕ ਹੈ, ਇਹ ਨਾਅਰਾ ਕਿਸ ਨੇ ਦਿੱਤਾ ਸੀ? ਮੰਗਲ ਪਾਂਡੇ ਨੇ, ਜਿਹੜਾ ਕਿ 1857 ਈਸਵੀ ਦੇ ਵਿਦਰੋਹ ਜਾਂ ਆਜ਼ਾਦੀ ਦੀ ਪਹਿਲੀ ਲੜਾਈ ਦਾ ਪਹਿਲਾ ਸ਼ਹੀਦ ਸੀ। ਨੈਕਸਟ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਇਹ ਨਾਅਰਾ ਕਿਸ ਨੇ ਦਿੱਤਾ? ਹਾਂਜੀ, ਇਹ ਰਾਮ ਪ੍ਰਸਾਦ ਬਿਸਮਿਲ ਦਾ ਇੱਕ, ਠੀਕ ਹੈ, ਬਹੁਤ ਵੀਰ ਗਾਥਾ ਵਾਲਾ ਕਹਿ ਸਕਦੇ ਹਾਂ, ਇਹ ਵੀਰਤਾ, ਹੌਂਸਲਾ ਪੈਦਾ ਕਰਨ ਵਾਲਾ ਇੱਕ ਨਾਅਰਾ ਸੀ। ਨੈਕਸਟ, ਮੇਘਦੂਤ ਕਿਸ ਦੀ ਰਚਨਾ ਹੈਗੀ? ਕਾਲੀਦਾਸ ਦੀ। ਠੀਕ ਹੈ, ਮੇਘਦੂਤ ਦੇ ਨਾਲ ਕਾਲੀਦਾਸ ਨੇ ਹੋਰ ਜਿਹੜੀਆਂ ਬਹੁਤ ਸਾਰੀਆਂ ਰਚਨਾਵਾਂ ਸੀ ਉਹ ਕੀਤੀਆਂ ਨੇ, ਜਿਵੇਂ ਇੱਕ ਹੈਗੀ ਅਭਿਗਿਆਨ ਸ਼ਕੁੰਤਲਮ, ਜਿਹਨੂੰ ਸ਼ਕੁੰਤਲਾ ਬੋਲਦੇ ਸੀ। ਅਭਿਗਿਆਨ ਸ਼ਕੁੰਤਲਮ, ਇਹਨੂੰ ਸ਼ਕੁੰਤਲਾ ਹੀ ਬੋਲ ਦਿੰਦੇ ਨੇ। ਇੱਕ ਹੈਗੀ ਮਾਲ ਵਿਕਾਂਗਨੀ ਮਿੱਤਰਮ, ਮਾਲ ਵਿਕਾਂਗਨੀ ਮਿੱਤਰਮ, ਇਹ ਵੀ ਤੁਸੀਂ ਨੋਟ ਕਰ ਲਿਓ। ਹਾਂਜੀ, ਨੈਕਸਟ,
134 ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਸ ਨੂੰ ਕਿਹਾ ਜਾਂਦਾ ਗਾ? ਤਾਂ ਇਹ ਕਿਹਾ ਜਾਂਦਾ ਗਾ ਚਾਰਲਸ ਮੈਟਕਾਫ ਨੂੰ। ਇਹ ਭਾਰਤ ਦੇ ਇੱਕ ਗਵਰਨਰ ਜਨਰਲ ਸੀ। 20 ਮਾਰਚ 1835 ਤੋਂ ਲੈ ਕੇ 4 ਮਾਰਚ 1836 ਦੇ ਦਰਮਿਆਨ, ਠੀਕ ਹੈ, 1835 ਤੋਂ 1836 ਦੇ ਦਰਮਿਆਨ ਇਹ ਭਾਰਤ ਦੇ ਵਿੱਚ ਗਵਰਨਰ ਜਨਰਲ ਦੇ ਅਹੁਦੇ 'ਤੇ ਰਹੇ ਗਏ। 20 ਮਾਰਚ 1835 ਤੋਂ 4 ਮਾਰਚ 1936 ਦੇ ਦੌਰਾਨ, ਠੀਕ ਹੈ। ਤਾਂ ਇਸ ਤੋਂ ਪਹਿਲਾਂ ਪ੍ਰੈਸ 'ਤੇ ਪੂਰਨ ਤੌਰ 'ਤੇ ਪਾਬੰਦੀ ਸੀ। ਤਾਂ ਇਹ ਪਹਿਲੇ ਗਵਰਨਰ ਜਨਰਲ ਸੀ ਜਿਨ੍ਹਾਂ ਨੇ ਪ੍ਰੈਸ ਦੇ ਨੂੰ ਸੁਤੰਤਰਤਾ ਦਿੱਤੀ, ਪੂਰਨ ਤੌਰ 'ਤੇ ਸੁਤੰਤਰਤਾ ਦਿੱਤੀ। ਇਸੇ ਕਰਕੇ ਇਹਨਾਂ ਨੂੰ ਪ੍ਰੈਸ ਦੇ ਮੁਕਤੀਦਾਤਾ ਕਿਹਾ ਜਾਂਦਾ ਹੈਗਾ। ਨੈਕਸਟ, ਲੈਫਟ ਦੀ ਨੀਤੀ ਦਾ ਨਿਰਮਾਤਾ ਕੌਣ ਸੀ? ਲਾਰਡ ਡਲਹੌਜੀ, ਠੀਕ ਹੈ। ਇਹ ਉਹੀ ਡਲਹੌਜੀ ਨੇ ਵੀ ਜਿਨ੍ਹਾਂ ਨੇ ਭਾਰਤ ਦੇ ਵਿੱਚ ਪਹਿਲੀ ਰੇਲਵੇ ਲਾਈਨ ਵਿਛਾਈ, ਰੇਲ ਚਲਵਾਈ ਸੀ, ਠੀਕ ਹੈ। ਤਾਂ ਇਸ ਨੇ ਇੱਕ ਨੀਤੀ ਬਣਾਈ ਸੀ ਲੈਫਟ ਦੀ ਨੀਤੀ। ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਲੈਫਟ ਦੀ ਨੀਤੀ ਕੀ ਸੀ। ਤਾਂ ਲੈਫਟ ਦੀ ਨੀਤੀ ਤਹਿਤ ਕੀ ਇਹਦੇ ਵਿੱਚ ਕਿਹਾ ਗਿਆ ਸੀ ਵੀ ਜਿਸ ਵੀ ਰਾਜੇ ਦਾ ਕੋਈ ਆਪਣਾ ਪੁੱਤਰ ਨਹੀਂ ਹੈ ਉਹਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਹੋਏਗੀ, ਠੀਕ ਹੈ। ਉਸ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਸਾਰਾ ਖੇਤਰ ਹੈਗਾ, ਰਾਜ ਪ੍ਰਬੰਧ ਹੈਗਾ, ਉਹਦੇ ਉੱਪਰ ਕਿਹਦਾ ਅਧਿਕਾਰ ਹੋ ਜੂ? ਅੰਗਰੇਜ਼ਾਂ ਦਾ, ਠੀਕ ਹੈ। ਤਾਂ ਬਹੁਤ ਸਾਰੇ ਜਿਹੜੇ ਖੇਤਰ ਸੀ ਉਹਨਾਂ ਨੇ ਇਸ ਨੀਤੀ ਦੇ ਤਹਿਤ ਹੜੱਪ ਲਏ ਸੀ, ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰੀਏ ਸਤਾਰਾ ਦੀ, ਇੱਕ ਖੇਤਰ ਸੀ ਸਤਾਰਾ, ਠੀਕ ਹੈ। 1848 ਦੇ ਵਿੱਚ ਇਹਨਾਂ ਨੇ ਇਸ ਨੀਤੀ ਦੇ ਤਹਿਤ ਇਹਦੇ ਉੱਪਰ ਕਬਜ਼ਾ ਕਰ ਲਿਆ ਸੀ। ਫਿਰ ਆਪਾਂ ਗੱਲ ਕਰੀਏ ਸੰਬਲਪੁਰ ਦੀ, ਠੀਕ ਹੈ, ਸਤਾਰਾ ਸੰਬਲਪੁਰ, ਇਸ ਦੇ ਉੱਪਰ ਵੀ ਇਹਨਾਂ ਨੇ 1849 ਦੇ ਵਿੱਚ ਕਬਜ਼ਾ ਕਰ ਲਿਆ ਸੀ, ਕਿਉਂਕਿ ਇਹਨਾਂ ਰਾਜਿਆਂ ਦਾ ਆਪਣਾ ਕੋਈ ਪੁੱਤਰ ਨਹੀਂ ਸੀ ਅਤੇ ਇਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਵੀ ਨਹੀਂ ਸੀ। ਝਾਂਸੀ, ਠੀਕ ਹੈ, ਕਿਉਂਕਿ ਝਾਂਸੀ ਦਾ ਜਿਹੜਾ ਰਾਜਾ ਸੀ ਉਸਦੇ ਅਤੇ ਉਸਦੇ ਪੁੱਤਰ ਦੀ ਮੌਤ ਇੱਕਦਮ ਹੋ ਜਾਂਦੀ ਹੈਗੀ। ਤਾਂ ਉੱਥੋਂ ਦੀ ਜਿਹੜੀ ਰਾਣੀ ਹੈਗੀ ਉਸ ਨੂੰ ਵੀ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ। ਤਾਂ ਉਹਦੇ ਵਿੱਚ ਵੀ 1853 'ਤੇ ਕਬਜ਼ਾ ਕਰ ਲਿਆ ਸੀ। ਇੱਕ ਸੀ ਨਾਗਪੁਰ, ਠੀਕ ਹੈ, ਨਾਗਪੁਰ ਦੇ ਉੱਪਰ ਵੀ ਇਹਨਾਂ ਨੇ ਕਬਜ਼ਾ ਕਰ ਲਿਆ ਸੀ 1854 'ਚ, ਠੀਕ ਹੈ, ਤੁਸੀਂ ਨੋਟ ਕਰ ਲਿਓ। ਸਤਾਰਾ 1848, ਸੰਬਲਪੁਰ 1849, ਝਾਂਸੀ 1853, ਨਾਗਪੁਰ 1854। ਹਾਂਜੀ, ਨੈਕਸਟ, ਸਿੰਧ ਘਾਟੀ ਸੱਭਿਅਤਾ ਦਾ ਪ੍ਰਸਿੱਧ ਬੰਦਰਗਾਹ ਨਗਰ ਕਿਹੜਾ ਸੀ? ਹਾਂਜੀ, ਲੋਥਲ, ਠੀਕ ਹੈ, ਗੁਜਰਾਤ ਦੇ ਵਿੱਚ ਪੈਂਦਾ ਗਾ। ਇਹ ਕਈ ਵਾਰ ਕੁਐਸਚਨ ਪੁੱਛ ਲੈਂਦਾ ਗਾ ਸਿੰਧ ਘਾਟੀ ਸੱਭਿਅਤਾ ਦੀ ਬੰਦਰਗਾਹ ਕਿਹੜੀ ਸੀ ਵੀ? ਲੋਥਲ। ਨੈਕਸਟ, ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਸੀ? ਹਾਂਜੀ ਦੇਖੋ, ਤੀਰਥੰਕਰ ਜਿਵੇਂ ਅਸੀਂ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ, 10 ਗੁਰੂ ਸਾਹਿਬਾਨ, ਤਾਂ ਐਵੇਂ ਜੈਨ ਧਰਮ ਦੇ ਵਿੱਚ ਜਿਹੜੇ ਉਹਨਾਂ ਦੇ ਆਗੂ ਸੀ, ਠੀਕ ਹੈ, ਗੁਰੂ ਸੀ, ਉਹਨਾਂ ਨੂੰ ਤੀਰਥੰਕਰ ਕਿਹਾ ਗਿਆ। ਤਾਂ ਜੈਨ ਧਰਮ ਦੇ ਵਿੱਚ ਕੁੱਲ ਕਿੰਨੇ ਤੀਰਥੰਕਰ ਸੀ? 24। ਤਾਂ ਜਿਹੜੇ ਪਹਿਲੇ ਸੀ ਉਹਨਾਂ ਦਾ ਨਾਮ ਸੀ ਰਿਸ਼ਭਦੇਵ, ਜਿਹੜੇ 23ਵੇਂ ਸੀ 23rd ਨੰਬਰ ਦੇ ਸੀ ਉਹਨਾਂ ਦਾ ਨਾਮ ਸੀ ਪਾਰਸ਼ਵਨਾਥ, ਤੇ ਜਿਹੜੇ 24ਵੇਂ ਸੀ ਉਹਨਾਂ ਦਾ ਨਾਮ ਸੀ ਸਵਾਮੀ ਮਹਾਵੀਰ, ਠੀਕ ਹੈ, ਤੁਸੀਂ ਨੋਟ ਕਰ ਲਿਓ। ਨੈਕਸਟ, ਸਵਾਮੀ ਮਹਾਵੀਰ ਦਾ ਜਨਮ ਕਿੱਥੇ ਹੋਇਆ? ਹਾਂਜੀ, ਇਹਨਾਂ ਦਾ ਜਨਮ ਹੋਇਆ ਸੀ ਕੁੰਡਗ੍ਰਾਮ ਵੈਸ਼ਾਲੀ ਦੇ ਵਿੱਚ। ਕਦੋਂ ਹੋਇਆ ਸੀ? 599 BC ਦੇ ਵਿੱਚ, 599 ਈਸਵੀ ਪੂਰਵ ਦੇ ਵਿੱਚ। ਤਾਂ ਇਹਨਾਂ ਦੇ ਪਿਤਾ ਦਾ ਨਾਮ ਸੀ ਸਿਧਾਰਥ, ਉਹ ਵੀ ਤੁਸੀਂ ਨੋਟ ਕਰ ਲਿਓ, ਸਿਧਾਰਥ, ਤੇ ਮਾਤਾ ਦਾ ਨਾਮ ਸੀ ਤ੍ਰਿਸ਼ਲਾ, ਠੀਕ। 30 ਸਾਲਾਂ ਦੀ ਉਮਰ ਦੇ ਵਿੱਚ ਇਹਨਾਂ ਨੇ ਗਿਆਨ ਪ੍ਰਾਪਤੀ ਕਰਨ ਦੇ ਲਈ ਆਪਣਾ ਜਿਹੜਾ ਘਰ ਸੀ ਉਹ ਛੱਡ ਦਿੱਤਾ ਸੀ। ਤੇ ਇਹਨਾਂ ਦੀ ਕੁੱਲ ਉਮਰ ਜਿਹੜੀ 72 ਸਾਲ ਸੀ। ਇਹਨੂੰ ਤੁਸੀਂ ਨੋਟ ਕਰ ਲਿਓ ਵੀ। ਹੁਣ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸ ਦਾਂਗਾ। ਜਦੋਂ ਤੁਹਾਨੂੰ ਉਮਰ ਪਤਾ ਹੋਏਗੀ ਨਾ ਕਿਸੇ ਵੀ ਰਾਜੇ ਦੀ ਜਾਂ ਕਿਸੇ ਵੀ ਮਹਾਨ ਵਿਅਕਤੀ ਦੀ, ਤਾਂ ਤੁਸੀਂ ਅਗਰ ਤੁਹਾਨੂੰ ਉਹਦਾ ਜਨਮ ਦਿਨ ਪਤਾ ਗਾ, ਉਹਦੀ ਉਮਰ ਪਤਾ ਹੈਗੀ, ਤਾਂ ਅਸੀਂ ਉਹਦੇ ਵਿੱਚ ਉਹਨੂੰ ਘਟਾ ਕੇ ਉਹਨਾਂ ਦੀ ਜਿਹੜੀ ਮੌਤ ਹੈਗੀ ਕਦੋਂ ਹੋਈ ਇਹਦਾ ਪਤਾ ਲਗਾ ਸਕਦੇ ਹੈਗੇ। ਨਹੀਂ ਸਾਨੂੰ ਫਿਰ ਸਾਰੀਆਂ ਡੇਟਾਂ ਯਾਦ ਕਰਨੀਆਂ। ਹੁਣ ਇੱਥੇ ਅਸੀਂ ਗੱਲ ਕਰੀਏ 72 ਸਾਲਾਂ ਦੀ ਉਮਰ ਦੀ ਸੀ, ਤਾਂ 599 ਦੇ ਵਿੱਚ ਅਸੀਂ 72 ਘਟਾਈ ਤਾਂ ਕਿੰਨੇ ਆ ਗਏ? 527। ਤਾਂ ਇਹਦਾ ਮਤਲਬ ਸਾਨੂੰ ਇੱਥੋਂ ਪਤਾ ਲੱਗ ਗਿਆ ਵੀ ਉਹਨਾਂ ਦੀ ਜਿਹੜੀ ਮੌਤ ਸੀ ਉਹ ਕਦੋਂ ਹੋਈ ਸੀ? 527 ਈਸਵੀ ਪੂਰਵ ਦੇ ਵਿੱਚ, BC, ਠੀਕ ਹੈ, ਤੁਸੀਂ ਨੋਟ ਕਰ ਲਿਓ। ਇੱਕ ਜਿੰਨੇ ਵੀ ਹੁਣ ਇਹ ਵੀ ਉਹ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਕਿੱਥੇ ਹੋਈ ਸੀ। ਤਾਂ ਇਹਨਾਂ ਦੀ ਜਿਹੜੀ ਮ੍ਰਿਤੂ ਸੀ ਹੋਈ ਸੀ ਪਾਵਾਪੁਰੀ ਦੇ ਵਿੱਚ, ਠੀਕ ਹੈ। ਕਿਹੜੇ ਖੇਤਰ ਦੇ ਵਿੱਚ ਹੈਗਾ ਵੀ ਇਹ ਹੈਗਾ ਬਿਹਾਰ ਦੇ ਵਿੱਚ। ਜਿਹੜਾ ਵਿਸ਼ਾਲੀ ਹੈਗਾ ਉਹ ਵੀ ਬਿਹਾਰ ਦੇ ਵਿੱਚ ਹੈਗਾ, ਇਹਨਾਂ ਦਾ ਜਨਮ ਵੀ ਬਿਹਾਰ ਦੇ ਵਿੱਚ ਹੋਇਆ, ਪਾਵਾਪੁਰੀ ਵੀ ਬਿਹਾਰ ਦੇ ਵਿੱਚ ਹੈ, ਇੱਥੇ ਇਹਨਾਂ ਦੀ ਮ੍ਰਿਤੂ ਹੋਈ, ਠੀਕ ਹੈ। ਇੱਕ ਇਹਨਾਂ ਸਾਰਿਆਂ ਨੂੰ ਜਿੰਨੇ ਵੀ
ਗੁਰੂ ਸੀ ਇਹਨਾਂ ਦੇ ਜੈਨ ਧਰਮ ਦੇ ਵਿੱਚ, ਠੀਕ ਹੈ, ਕਹਿ ਸਕਦੇ ਆਪਾਂ ਤੀਰਥੰਕਰ ਸੀ, ਉਹਨਾਂ ਦੇ ਨਾਮ ਦੇ ਨਾਲ ਇੱਕ ਚਿੰਨ੍ਹ ਜੁੜਿਆ ਹੋਇਆ ਸੀ। ਤਾਂ ਜਿਹੜਾ ਸਵਾਮੀ ਮਹਾਵੀਰ ਦੇ ਨਾਲ ਚਿੰਨ੍ਹ ਜੁੜਿਆ ਹੈਗਾ, ਠੀਕ ਹੈ, ਉਹ ਸੀ ਲਾਇਨ ਦਾ, ਸ਼ੇਰ। ਹਾਂਜੀ, ਨੈਕਸਟ ਕੁਐਸਚਨ ਆਪਣਾ 1857 ਦੇ ਵਿਦਰੋਹ ਵਿੱਚ ਝਾਂਸੀ ਦੀ ਰਾਣੀ ਲక్ష్ਮੀ ਬਾਈ ਨੇ ਕਿਸ ਦੀ ਮਦਦ ਨਾਲ ਗਵਾਲੀਅਰ ਵਿੱਚ ਵਿਦਰੋਹ ਕੀਤਾ? ਹਾਂਜੀ ਸੀ ਤਾਂਤੀਆ ਟੋਪੇ। ਨੈਕਸਟ, ਕਿਹੜੀ ਨਦੀ ਨੂੰ ਬਿਹਾਰ ਦਾ ਸੋਗ ਜਾਂ ਦੁੱਖ ਕਿਹਾ ਜਾਂਦਾ ਗਾ? ਕੋਸੀ ਨਦੀ ਨੂੰ, ਕਿਉਂਕਿ ਜਦੋਂ ਵੀ ਇਹਦੇ ਵਿੱਚ ਹੜ੍ਹ ਆਉਂਦਾ ਗਾ, ਉਫਾਨ ਆਉਂਦਾ ਗਾ, ਤੇ ਇਹਦਾ ਪਾਣੀ ਕਿੱਧਰ ਨੂੰ ਜਾਂਦਾ ਗਾ? ਬਿਹਾਰ ਨੂੰ। ਨੀਲ ਨਦੀ ਦਾ ਉਪਹਾਰ ਕਿਸ ਦੇਸ਼ ਨੂੰ ਕਿਹਾ ਜਾਂਦਾ ਗਾ? ਮਿਸਰ ਨੂੰ, ਜਿਹਨੂੰ ਅਸੀਂ ਇਜਿਪਟ ਬੋਲਦੇ ਹਾਂ। ਨੈਕਸਟ, ਭਾਰਤ ਦੇ ਮਾਨਚੈਸਟਰ ਵਜੋਂ ਕਿਸ ਸ਼ਹਿਰ ਨੂੰ ਜਾਣਿਆ ਜਾਂਦਾ ਗਾ? ਅਹਿਮਦਾਬਾਦ ਨੂੰ, ਕਿਉਂਕਿ ਇੱਥੇ ਜਿਹੜੀਆਂ ਕੱਪੜੇ ਦੀਆਂ ਮਿੱਲਾਂ ਨੇ ਬਹੁਤ ਜ਼ਿਆਦਾ ਨੇ, ਠੀਕ ਹੈ। ਨੈਕਸਟ, ਨਾਮ ਮਿਲਵਰਤਨ ਅੰਦੋਲਨ ਕਦੋਂ ਸ਼ੁਰੂ ਹੋਇਆ? 1920 ਦੇ ਵਿੱਚ। ਕਿਸ ਨੇ ਸ਼ੁਰੂ ਕੀਤਾ ਸੀ ਵੀ? ਮਹਾਤਮਾ ਗਾਂਧੀ ਨੇ। ਅਤੇ 1922 ਦੇ ਵਿੱਚ ਇਸ ਨੂੰ ਉਹਨਾਂ ਨੇ ਮੁਲਤਵੀ ਕਰਤਾ ਸੀ, ਵਾਪਿਸ ਲੈ ਲਿਆ ਸੀ। ਬਾਰਦੌਲੀ ਦੇ ਵਿੱਚ ਇੱਕ ਘਟਨਾ ਹੋ ਗਈ ਸੀ, ਚੋਰਾ ਚੋਰੀ ਕਿਹਾ ਜਾਂਦਾ ਇਹਨੂੰ, ਜਿੱਥੇ ਭੜਕੇ ਹੋਏ ਲੋਕਾਂ ਨੇ, ਗੁੱਸੇ ਵਿੱਚ ਆਏ ਲੋਕਾਂ ਨੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਅੱਗ ਲਗਾ ਦਿੱਤੀ ਸੀ। ਤਾਂ ਇਸ ਤੋਂ ਬਾਅਦ ਜਿਹੜਾ ਮਹਾਤਮਾ ਗਾਂਧੀ ਸੀ, ਉਹਨਾਂ ਨੇ ਅੰਦੋਲਨ ਵਾਪਿਸ ਲੈ ਲਿਆ ਸੀ। ਨੈਕਸਟ, ਸਮਰਾਟ ਅਸ਼ੋਕ ਨੇ ਕਿਸ ਯੁੱਧ ਤੋਂ ਬਾਅਦ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ? ਜੀ ਕਲਿੰਗ ਯੁੱਧ। ਲੋਕ ਸਭਾ ਦਾ ਮੈਂਬਰ ਬਣਨ ਦੀ ਉਮਰ ਹੱਦ ਕੀ ਹੈਗੀ? 25 ਸਾਲ। ਲੋਕ ਸਭਾ ਲਈ 25 ਸਾਲ ਹੈ। ਜੇਕਰ ਇੱਥੇ ਸਾਡੇ ਕੋਲ ਰਾਜ ਸਭਾ ਦੀ ਗੱਲ ਕਰਦੇ, ਠੀਕ ਹੈ, ਤਾਂ ਰਾਜ ਸਭਾ ਦਾ ਮੈਂਬਰ ਬਣਨ ਲਈ ਉਮਰ ਹੱਦ ਕਿੰਨੀ ਹੈਗੀ? 30 ਸਾਲ। ਇਹ ਤੁਸੀਂ ਯਾਦ ਰੱਖਿਓ, ਲੋਕ ਸਭਾ ਲਈ 25 ਸਾਲ, ਰਾਜ ਸਭਾ ਲਈ 30 ਸਾਲ। ਇਸ ਲਈ ਜਿਵੇਂ ਇੱਕ ਵਿਧਾਨ ਸਭਾ ਹੈਗੀ ਤਾਂ ਉਹਦੇ ਲਈ ਵੀ 25 ਸਾਲ, ਅਤੇ ਜਿਹੜੀ ਰਾਜ ਵਿਧਾਨ ਪਰਿਸ਼ਦ ਹੈਗੀ ਉਹਦੇ ਲਈ 30 ਸਾਲ। ਲੋਕ ਸਭਾ ਵਿੱਚ ਵੱਧ ਤੋਂ ਵੱਧ, ਸਭ ਤੋਂ ਵੱਧ ਕਿਸ ਰਾਜ ਤੋਂ ਮੈਂਬਰ ਚੁਣੇ ਜਾਂਦੇ ਨੇ? ਉੱਤਰ ਪ੍ਰਦੇਸ਼ ਤੋਂ, ਕਿਉਂਕਿ ਉੱਤਰ ਪ੍ਰਦੇਸ਼ ਦੀ ਆਬਾਦੀ ਸਭ ਤੋਂ ਵੱਧ ਹੈਗੀ। ਲੋਕ ਸਭਾ ਦੇ ਵਿੱਚ ਜਿਹੜੀ ਨੋਮੀਨੇਸ਼ਨ ਹੁੰਦੀ ਹੈਗੀ, ਕਹਿ ਸਕਦੇ ਹਾਂ ਵੀ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਉਹ ਜਨਸੰਖਿਆ ਦੇ ਆਧਾਰ 'ਤੇ ਚੁਣੇ ਜਾਂਦੇ ਨੇ। ਜਿਸ ਰਾਜ ਦੀ ਜਿੰਨੀ ਜਨਸੰਖਿਆ ਹੈਗੀ ਉੱਥੋਂ ਉਨੇ ਹੀ ਮੈਂਬਰ ਚੁਣੇ ਜਾਂਦੇ ਹੈਗੇ। ਲੋਕ ਸਭਾ ਦੇ ਸਪੀਕਰ ਦੀ ਚੋਣ ਕੌਣ ਕਰਦਾ ਗਾ? ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਇੱਕ ਨੂੰ ਸਪੀਕਰ ਅਤੇ ਇੱਕ ਨੂੰ ਡਿਪਟੀ ਸਪੀਕਰ ਨਿਯੁਕਤ ਕਰਦੇ ਹੈਗੇ। ਰਾਜ ਸਭਾ ਕਿਸ ਪ੍ਰਕਾਰ ਦਾ ਸਦਨ ਹੈਗਾ? ਹਾਂਜੀ ਇਹ ਸਥਾਈ ਸਦਨ ਹੈਗਾ, ਪਰਮਾਨੈਂਟ ਹਾਊਸ। ਅਤੇ ਲੋਕ ਸਭਾ, ਠੀਕ ਹੈ, ਟੈਂਪਰੇਰੀ, ਅਸਥਾਈ ਸਦਨ ਹੈ। ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈਗਾ, ਪਰ ਰਾਜ ਸਭਾ ਨੂੰ ਭੰਗ ਕੀਤਾ ਨਹੀਂ ਜਾ ਸਕਦਾ। ਇਹਦਾ ਕਾਰਜਕਾਲ ਕਿੰਨਾ ਹੁੰਦਾ ਵੀ? 6 ਸਾਲ, ਠੀਕ ਹੈ। ਰਾਜ ਸਭਾ ਦਾ ਕਾਰਜਕਾਲ 6 ਸਾਲ ਹੁੰਦਾ ਗਾ, ਪਰ ਇਹਦੇ 1/3 ਜਿਹੜੇ ਮੈਂਬਰ ਨੇ ਉਹ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਨੇ। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਗਾ? 5 ਸਾਲ, ਠੀਕ। ਨੈਕਸਟ, ਨਿਰਣਾਇਕ ਵੋਟ ਦੇਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈਗਾ? ਲੋਕ ਸਭਾ ਦੇ ਸਪੀਕਰ ਕੋਲ। ਹਾਂਜੀ, ਜਦੋਂ ਕਿਸੇ ਵੀ ਬਿੱਲ ਦੇ ਉੱਪਰ ਵੋਟਾਂ ਪਵਾਈਆਂ ਜਾਂਦੀਆਂ ਨੇ ਤਾਂ ਜੇਕਰ ਵੋਟਾਂ ਬਰਾਬਰ ਹੋ ਜਾਂਦੀਆਂ ਨੇ ਤਾਂ ਜਿਹੜੀ ਨਿਰਣਾਇਕ ਵੋਟ ਹੈਗੀ ਉਹ ਕੌਣ ਪਾਉਂਦਾ ਗਾ? ਸਪੀਕਰ। ਹਾਂਜੀ, ਨੈਕਸਟ, ਭਾਰਤ ਦੀ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਕੌਣ ਸੀ? ਹਾਂਜੀ ਮੀਰਾ ਕੁਮਾਰ, ਠੀਕ ਹੈ, ਇਹ ਵੀ ਤੁਸੀਂ ਨੋਟ ਕਰ ਲਿਓ। ਨੈਕਸਟ, ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਗਾ? ਰਾਸ਼ਟਰਪਤੀ, ਠੀਕ ਹੈ। ਜਿਹੜਾ ਚੋਣ ਕਮਿਸ਼ਨ ਉਹਦੇ ਵਿੱਚ 3 ਮੈਂਬਰ ਹੁੰਦੇ ਨੇ ਵੀ, ਇੱਕ ਹੁੰਦਾ ਮੁੱਖ ਚੋਣ ਕਮਿਸ਼ਨਰ ਅਤੇ 2 ਹੁੰਦੇ ਨੇ ਉਹਦੇ ਸਹਾਇਕ। ਮਤਲਬ ਕੁੱਲ ਮਿਲਾ ਕੇ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ? 3। ਠੀਕ ਹੈ, ਇੱਕ ਤਾਂ ਇਹ ਦੇਖੋ ਵੀ ਆਪਾਂ ਕੀਤਾ ਸੀ ਇੱਥੇ 150 ਨੰਬਰ ਕੁਐਸਚਨ ਦੁਬਾਰਾ ਦੇਖੋ, ਪਹਿਲੀ ਮਹਿਲਾ ਲੋਕ ਸਭਾ ਸਪੀਕਰ, ਠੀਕ ਹੈ। ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਭਾਰਤ ਦੇ ਵਿੱਚ ਪਹਿਲਾ ਲੋਕ ਸਪੀਕਰ ਕੌਣ ਸੀ, ਠੀਕ ਹੈ, ਲੋਕ ਸਭਾ ਸਪੀਕਰ, ਤਾਂ ਉੱਥੇ ਆਪਾਂ ਲਿਖਾਂਗੇ GB ਮਾਵਲੰਕਰ, ਠੀਕ ਹੈ, GB ਮਾਵਲੰਕਰ। ਉਹ ਵੀ ਪਹਿਲਾਂ ਹੀ ਲੋਕ ਸਭਾ ਸਪੀਕਰ ਸੀ। ਅਤੇ ਔਰਤਾਂ ਦੇ ਵਿੱਚੋਂ, ਮਹਿਲਾ ਦੇ ਵਿੱਚੋਂ ਮੀਰਾ ਕੁਮਾਰੀ। ਇਹਨੂੰ ਮੀਰਾ, ਕਈ ਜਗ੍ਹਾ 'ਤੇ ਕੁਮਾਰੀ ਵੀ ਲਿਖਿਆ ਜਾਂਦਾ, ਇਹ ਮੀਰਾ ਕੁਮਾਰੀ। ਨੈਕਸਟ, ਭਾਰਤ ਵਿੱਚ ਕਿੰਨੀਆਂ ਉੱਚ ਅਦਾਲਤਾਂ ਨੇ? ਹਾਈ ਕੋਰਟਸ ਨੇ, ਹਾਂਜੀ 25 ਨੇ ਟੋਟਲ। ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈਗਾ? ਭਾਰਤੀ ਰਿਜ਼ਰਵ ਬੈਂਕ, RBI, ਠੀਕ ਹੈ। RBI ਦੀ ਸਥਾਪਨਾ 1935 ਦੇ ਵਿੱਚ ਹੋਈ ਸੀ ਵੀ, ਠੀਕ ਹੈ। ਇਹਨੂੰ ਬੈਂਕਾਂ ਦਾ ਬੈਂਕ, ਬੈਂਕ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਜਿੰਨੇ ਵੀ ਬੈਂਕ ਨੇ ਉਹਨਾਂ ਨੂੰ ਨੋਟ ਜਿਹੜਾ ਜਾਰੀ ਕਰਦਾ ਗਾ ਉਹ RBI ਕਰਦਾ ਗਾ। ਭਾਰਤ ਦੇ ਵਿੱਚ ਜਿੰਨੀ ਵੀ ਕਰੰਸੀ ਛਪਦੀ ਹੈਗੀ ਉਹਨੂੰ ਕੌਣ ਛਪਦਾ ਗਾ? ਭਾਰਤੀ ਰਿਜ਼ਰਵ ਬੈਂਕ, ਠੀਕ ਹੈ। ਤਾਂ ਜਿਹੜਾ 1 ਰੁਪਏ ਦਾ ਨੋਟ ਸੀ ਸਿਰਫ, ਉਹ ਸੀ ਜਿਹੜਾ ਉਹ ਵਿੱਤ ਮੰਤਰਾਲਿਆ ਦੁਆਰਾ ਪਾਰਿਤ ਕੀਤਾ ਜਾਂਦਾ ਸੀ, ਪਾਸ ਕੀਤਾ ਜਾਂਦਾ ਸੀ। ਬਾਕੀ ਜਿੰਨੇ ਵੀ ਨੋਟ ਹੈਗੇ ਉਹਨਾਂ ਨੂੰ ਕੌਣ ਬਣਾਉਂਦਾ ਗਾ? ਭਾਰਤੀ ਰਿਜ਼ਰਵ ਬੈਂਕ, RBI। ਨੈਕਸਟ,
ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਕੌਣ ਸਨ? ਹਾਂਜੀ, ਡਾਕਟਰ ਭੀਮ ਰਾਓ ਅੰਬੇਦਕਰ। ਹੀਰਾਕੁੰਡ ਪਰਿਯੋਜਨਾ ਕਿਸ ਰਾਜ ਦੇ ਵਿੱਚ ਹੈਗੀ? ਉੜੀਸਾ ਦੇ ਵਿੱਚ ਹੈ। ਤੇ ਕਿਹੜੀ ਨਦੀ ਦੇ ਉੱਪਰ ਬਣੀ ਹੈ ਵੀ ਇਹ? ਮਹਾਨਦੀ ਦੇ ਉੱਤੇ। ਨੈਕਸਟ, ਲੰਡਨ ਕਿਹੜੀ ਨਦੀ ਦੇ ਤੱਟ ਤੇ ਵਸਿਆ ਹੈਗਾ? ਟੇਮਜ਼ ਨਦੀ ਤੇ। ਠੀਕ ਹੈ, ਇਹ ਵੀ ਕੁਐਸਚਨ ਕਈ ਵਾਰ ਪੁੱਛ ਲੈਂਦਾ ਗਾ, ਟੇਮਜ਼ ਨਦੀ ਤੇ। ਇਸੇ ਤਰੀਕੇ ਨਾਲ ਜਿਹੜਾ ਆਪਾਂ ਮਿਸਰ ਦੀ ਗੱਲ ਕੀਤੀ ਸੀ ਉਹ ਨੀਲ ਨਦੀ ਤੇ, ਹੈ ਨਾ। ਨੈਕਸਟ, ਭਾਰਤ ਦੀ ਮਾਣਕ ਸਮਾਂ ਰੇਖਾ ਕਿਹੜੀ ਹੈਗੀ? 82.5 ਡਿਗਰੀ ਪੂਰਬ। ਇਹ ਅਸੀਂ ਪਹਿਲਾਂ ਵੀ ਕੀਤੇ ਸੀ। ਤਾਂ ਇਹਦੇ ਵਿੱਚ ਕੀ ਸੀ? ਇਹ ਰੇਖਾ ਕਿੱਥੋਂ ਗੁਜ਼ਰਦੀ ਹੈ ਵੀ? ਇਹ ਰੇਖਾ ਗੁਜ਼ਰਦੀ ਹੈਗੀ ਇਲਾਹਾਬਾਦ ਦੇ ਵਿੱਚੋਂ। ਮਿਰਜ਼ਾਪੁਰ ਨਾਮਕ ਸਥਾਨ ਹੈਗਾ, ਉੱਥੋਂ ਇਹ ਲੰਘਦੀ ਹੈਗੀ। ਇੱਥੋਂ ਭਾਰਤ ਦਾ ਮਾਣਕ ਸਮਾਂ ਮਾਪਿਆ ਜਾਂਦਾ ਗਾ। ਠੀਕ ਹੈ, ਅਤੇ ਇਲਾਹਾਬਾਦ ਕਿਹੜੇ ਰਾਜ ਦੇ ਵਿੱਚ ਹੈ? ਉੱਤਰ ਪ੍ਰਦੇਸ਼ 'ਚ। ਨੈਕਸਟ, 1981 ਵਿੱਚ ਸਥਾਪਿਤ ਭਾਰਤੀ ਜੰਗਲਾਤ ਸਰਵੇਖਣ, ਇਹਨਾਂ ਦਾ ਮੁੱਖ ਦਫ਼ਤਰ ਕਿੱਥੇ ਹੈਗਾ? ਦੇਹਰਾਦੂਨ ਦੇ ਵਿੱਚ। ਨੈਕਸਟ, ਸੂਰਜੀ ਪਰਿਵਾਰ ਦਾ ਸਭ ਤੋਂ ਵੱਡਾ ਉਪਗ੍ਰਹਿ ਕਿਹੜਾ ਗਾ? ਠੀਕ ਹੈ, ਸਭ ਤੋਂ ਵੱਡਾ ਗ੍ਰਹਿ। ਠੀਕ ਹੈ, ਹਾਂਜੀ, ਕਿਹੜਾ ਗਾ ਵੀ? ਬ੍ਰਹਿਸਪਤੀ। ਤੇ ਸਭ ਤੋਂ ਛੋਟਾ ਗ੍ਰਹਿ ਕਿਹੜਾ ਗਾ? ਬੁੱਧ। ਠੀਕ ਹੈ, ਇਹ ਤੁਸੀਂ ਗ੍ਰਹਿਆਂ ਬਾਰੇ ਜ਼ਰੂਰ ਪੜ੍ਹ ਲੈਣਾ ਗਾ, ਕਿਉਂਕਿ ਇਹਨਾਂ ਦੇ ਵਿੱਚ ਇੱਕ ਕੁਐਸਚਨ ਤੁਹਾਨੂੰ ਪੁੱਛਿਆ ਜਾਏਗਾ। ਸਭ ਤੋਂ ਵੱਡਾ ਕਿਹੜਾ ਗ੍ਰਹਿ ਹੈਗਾ? ਬ੍ਰਹਿਸਪਤੀ। ਸਭ ਤੋਂ ਛੋਟਾ ਕਿਹੜਾ ਹੈਗਾ? ਬੁੱਧ। ਸੂਰਜ ਦੇ ਸਭ ਤੋਂ ਨੇੜੇ ਬੁੱਧ, ਸਭ ਤੋਂ ਦੂਰ ਨੈਪਚੂਨ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਗਾ। ਇੱਕ ਰੰਗਾਂ ਦੇ ਬਾਰੇ ਵੀ ਕਿਹੜੇ ਗ੍ਰਹਿ ਦਾ ਰੰਗ ਕਿਸ ਪ੍ਰਕਾਰ ਦਾ। ਨੈਕਸਟ, ਧਰਤੀ ਦੀ ਸਿਆਲ ਪਰਤ ਦੇ ਵਿੱਚ ਕਿਹੜੇ ਤੱਤ ਪਾਏ ਜਾਂਦੇ ਹੈਗੇ? ਹਾਂਜੀ, ਧਰਤੀ ਦੀ ਜਿਹੜੀ ਸਿਆਲ ਪਰਤ ਹੈਗੀ ਇਹ ਦੋ ਮੇਨਲੀ ਤੱਤਾਂ ਤੋਂ ਮਿਲ ਕੇ ਬਣੀ ਹੈਗੀ। SI ਸਿਲੀਕੌਨ, AL ਐਲੂਮੀਨੀਅਮ। ਇਸੇ ਤਰ੍ਹਾਂ ਇੱਕ ਅਗਲੀ ਪਰਤ ਹੈਗੀ ਸੀਮਾ। ਠੀਕ ਹੈ, ਉਹਦੇ ਵਿੱਚ SI ਦਾ ਮਤਲਬ ਕੀ ਹੈਗਾ? ਸਿਲੀਕੌਨ। MA ਦਾ ਮਤਲਬ ਹੈਗਾ ਮੈਗਨੀਸ਼ੀਅਮ। ਠੀਕ ਹੈ, ਮੈਗਨੀਸ਼ੀਅਮ। SI ਸਿਲੀਕੌਨ, MA ਮੈਗਨੀਸ਼ੀਅਮ। ਤੀਸਰੀ ਪਰਤ ਹੈਗੀ ਜਿਹਨੂੰ ਅਸੀਂ ਅੰਦਰੂਨੀ ਜਾਂ ਕੇਂਦਰੀ ਪਰਤ ਬੋਲਦੇ ਹੈਗੇ, ਉਹ ਹੈਗੀ ਨਾਈਫ, ਨਿਫੇ ਵੀ ਬੋਲਦੇ ਨੇ, ਹੈ ਨਾ। ਤਾਂ Ne ਤੇ ਇੱਥੇ ਬਣਦਾ ਹੈਗਾ ਨਿਕਲ। ਠੀਕ ਹੈ, Fe ਕੀ ਹੈਗਾ? ਫੈਰਸ। ਫੈਰਸ ਹੁੰਦਾ ਗਾ ਲੋਹਾ। ਠੀਕ, ਤਾਂ ਇਹ ਸਾਰੇ ਜਿਹੜੇ 3 ਪਰਤਾਂ ਨੇ ਧਰਤੀ ਦੇ, ਇਹ ਤੱਤ ਇਹਨਾਂ ਪਰਤਾਂ ਦੇ ਵਿੱਚ ਪਾਏ ਜਾਂਦੇ ਹੈਗੇ। ਠੀਕ, ਤਾਂ ਇਹ ਸਾਡਾ 4th ਪਾਰਟ ਸੀ, ਜਿਹਦੇ ਵਿੱਚ ਆਪਾਂ 121 ਤੋਂ 160 ਤੱਕ ਜਿਹੜੇ ਕੁਐਸਚਨ ਹੈਗੇ ਉਹ ਤੁਹਾਡੇ ਲਈ ਡਿਸਕਸ ਕੀਤੇ ਹੈਗੇ। ਉਮੀਦ ਹੈ ਤੁਹਾਨੂੰ ਇਹਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਮਿਲੀ ਹੋਏਗੀ, ਅਤੇ ਬਹੁਤ ਸਾਰੇ ਨਵੇਂ ਜਿਹੜੇ ਫੈਕਟ ਹੈਗੇ ਤੁਸੀਂ ਸਿੱਖੇ ਹੋਗੇ। ਠੀਕ ਹੈ, ਆਪਾਂ ਜਲਦੀ ਇਹਦਾ ਜਿਹੜਾ 5th ਪਾਰਟ ਹੈਗਾ ਉਹ ਵੀ ਤੁਹਾਡੇ ਲਈ ਬਣਾਵਾਂਗੇ। ਤਦ ਤੱਕ ਲਈ ਤੁਸੀਂ ਇਹਨਾਂ ਕੁਐਸਚਨਾਂ ਨੂੰ ਰੀਡ ਕਰੋ। ਥੈਂਕ ਯੂ।